ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। परम सन्मानयोग गुरु रूप गुरु खालसा साध संगत जी, वाहिगुरु जी का खालसा वाहिगुरु जी की फतेह। श्री गुरु अर्जन देव जी ਵੱਡੇ ਉਪਕਾਰੀ ਹੋਏ ਹਨ। ਬੜਾ ਸ੍ਰੇਸ਼ਟ ਉਪਦੇਸ਼ ਦੇ ਕੇ ਉਹਨਾਂ ਨੇ ਅਨੇਕਾਂ ਹੀ ਮਨੁੱਖਾਂ ਦਾ ਕਲਿਆਣ ਕੀਤਾ ਹੈ। ਆਪਣੇ ਪਿਤਾ ਜੀ ਦੇ ਬਚਨਾਂ ਨੂੰ ਯਾਦ ਕਰਕੇ ਤੀਰਥ ਦੇ ਨਿਰਮਾਣ ਦੀ ਇੱਛਾ ਧਾਰਨ ਕਰਦੇ ਸਨ। ਗੁਰੂ ਰਾਮਦਾਸ ਜੀ ਦੇ ਪੁਟਵਾਏ ਸਰੋਵਰ ਨੂੰ ਬਹੁਤ ਸਮਾਂ ਹੋ ਗਿਆ ਸੀ। ਫਿਰ ਉਸ ਵਿੱਚ ਬਹੁਤ ਜਲ ਇਕੱਠਾ ਹੋ ਗਿਆ। ਉਹ ਮਿੱਟੀ ਨਾਲ ਪੂਰਿਆ ਗਿਆ ਸੀ। ਪੁਟਵਾਈ ਦੇ ਸਾਰੇ ਨਿਸ਼ਾਨ ਮਿਟ ਗਏ ਸਨ। ਬਹੁਤ ਛੋਟਾ ਜਿਹਾ ਟੋਆ ਰਹਿ ਗਿਆ ਸੀ, ਜਿਹੜਾ ਹੌਲੀ ਹੌਲੀ ਜਲ ਨਾਲ ਭਰ ਗਿਆ ਸੀ। ਚਾਰੇ ਪਾਸਿਆਂ ਤੋਂ ਢਲ ਕੇ ਮਿੱਟੀ ਵਿੱਚ ਪੈ ਗਈ ਸੀ, ਜਿਸ ਕਾਰਨ ਸਰੋਵਰ ਦੀ ਪਛਾਣ ਹੀ ਜਾਂਦੀ ਰਹੀ ਸੀ। ਇੱਧਰ ਉੱਧਰ ਬਹੁਤ ਦਰਖਤ ਖੜ੍ਹੇ ਸਨ। ਬੇਰੀਆਂ ਆਦਿ ਦੇ ਰੁੱਖ ਦਿਸਦੇ ਹੀ ਨਹੀਂ ਸਨ। ਜਦ ਇੱਕ ਟਾਹਲੀ ਦੇ ਦਰਖਤ ਨੂੰ ਜਾ ਕੇ ਵੇਖਿਆ ਤਾਂ ਸਤਿਗੁਰੂ ਜੀ ਉਸ ਥਾਂ ਜਾ ਕੇ ਖੜ੍ਹੇ ਹੋ ਗਏ। ਤਿੰਨਾਂ ਕਾਲਾਂ ਵਿੱਚ ਜਿਹੜੇ ਸਮਰੱਥ ਤੇ ਮਹਾਨ ਸਨ, ਇਸ ਤਰ੍ਹਾਂ ਢੂੰਡ ਰਹੇ ਸਨ ਜਿਵੇਂ ਬਹੁਤ ਛੋਟੇ ਦਿਮਾਗ ਵਾਲੇ ਅਣਜਾਣ ਹੋਣ। ਸਾਰੇ ਚਿੰਨ੍ਹ ਮਿਟ ਗਏ ਸਨ ਤੇ ਇੱਕ ਛੋਟਾ ਜਿਹਾ ਟੋਆ ਹੀ ਰਹਿ ਗਿਆ ਸੀ। ਨਿਸ਼ਚਾ ਹੁੰਦਾ ਨਹੀਂ ਸੀ। ਬਾਰ-ਬਾਰ ਲੱਭ ਰਹੇ ਸਨ। ਕਰੀਰ ਦੀਆਂ ਝਾੜੀਆਂ ਅਤੇ ਵੇਲਾਂ ਬਹੁਤ ਫੈਲੀਆਂ ਹੋਈਆਂ ਸਨ। ਕੁਝ ਨਿਰਣਾ ਨਾ ਕਰ ਸਕੇ। ਸਾਰੇ ਹੀ ਵੇਖਿਆ। ਫਲ ਵੇਖ ਕੇ ਪੁੱਟਣਾ ਚਾਹੁੰਦੇ ਸਨ, ਇਸ ਕਰਕੇ ਉਸ ਵੇਲੇ ਪੁਟਵਾਈ ਨਾ ਕੀਤੀ। ਟਾਹਲੀ ਦੇ ਦਰਖਤ ਤੋਂ ਉਸ ਸਥਾਨ ਨੂੰ ਜਾਣਿਆ। ਉੱਥੇ ਜਾ ਕੇ ਫਿਰ ਪੁਟਵਾਈ ਵਾਸਤੇ ਉੱਦਮ ਕੀਤਾ। ਉਸ ਤੀਰਥ ਬਾਰੇ ਨਿਸ਼ਚਾ ਕਰਕੇ ਸਤਿਗੁਰੂ ਜੀ ਨੇ ਫਿਰ ਸਾਰਿਆਂ ਨੂੰ ਕਿਹਾ, ਸਤਿਗੁਰੂ ਦੀ ਆਗਿਆ 'ਤੇ ਸਾਡੇ ਪਿਤਾ ਜੀ ਨੇ ਇੱਥੇ ਆ ਕੇ ਸਰੋਵਰ ਦੀ ਕਾਰ ਸੇਵਾ ਕਰਵਾਈ ਸੀ। ਇਹ ਤਾਂ ਪ੍ਰਗਟ ਚਿੰਨ੍ਹ ਵਿਖਾਈ ਦਿੰਦਾ ਹੈ ਜਿਵੇਂ ਟੋਆ ਅਤੇ ਟਾਹਲੀ ਦਾ ਦਰਖਤ ਮੌਜੂਦ ਹਨ। ਇਸ ਤਰ੍ਹਾਂ ਸੁਣ ਕੇ ਸਭ ਨੇ ਨਿਰਣਾ ਕੀਤਾ, ਤੁਹਾਡੇ ਬਚਨ ਸੱਚੇ ਹਨ। ਪੁੱਟਿਆ ਹੋਇਆ ਟੋਆ ਦਿਖਾਈ ਦਿੰਦਾ ਹੈ। ਤੁਹਾਡੇ ਨਾਲੋਂ ਜ਼ਿਆਦਾ ਹੋਰ ਕੌਣ ਜਾਣ ਸਕਦਾ ਹੈ। ਇਸ ਤਰ੍ਹਾਂ ਨਿਸ਼ਚੈ ਕਰਕੇ ਪੁਟਾਈ ਕਰਨ ਲੱਗੇ। ਮਜ਼ਦੂਰਾਂ ਦੇ ਸਮੂਹ ਕਾਰ ਸੇਵਾ ਕਰਨ ਲੱਗ ਗਏ। ਬਹੁਤ ਲੋਕ ਮਿੱਟੀ ਪੁੱਟ ਕੇ ਸਿਰ ਉੱਤੇ ਚੁੱਕਦੇ ਸਨ। ਬਾਹਰ ਜਾ ਕੇ ਕੰਢੇ 'ਤੇ ਸੁੱਟ ਦਿੰਦੇ ਸਨ। ਅਣਗਿਣਤ ਮਨੁੱਖ ਆਉਣ ਲੱਗੇ। ਕਿਤੇ ਮਜ਼ਦੂਰ ਅਤੇ ਕਿਤੇ ਵੱਡੇ ਭਾਗਾਂ ਵਾਲੇ ਸਿੱਖ ਲੱਗੇ ਹੋਏ ਸਨ। ਇਸ ਤਰ੍ਹਾਂ ਪ੍ਰਤੀ ਦਿਨ ਸ਼੍ਰੀ ਗੁਰੂ ਅਰਜਨ ਦੇਵ ਜੀ ਸਿੱਖ ਸੰਗਤ ਨੂੰ ਨਾਲ ਲੈ ਕੇ ਕਾਰ ਸੇਵਾ ਕਰਨ ਜਾਂਦੇ ਸਨ। ਉਹਨਾਂ ਨੇ ਜਿੱਥੋਂ ਕਿੱਥੋਂ ਬਹੁਤ ਸਿੱਖਾਂ ਨੂੰ ਬੁਲਾਇਆ। ਮਜ਼ਦੂਰਾਂ ਦੀਆਂ ਟੋਲੀਆਂ ਸਹਿਤ ਪੁਟਵਾਈ ਕਰ ਰਹੇ ਸਨ। ਗੁਰੂ ਜੀ ਕੰਢੇ 'ਤੇ ਜਾ ਕੇ ਬੈਠ ਜਾਂਦੇ ਸਨ। ਮਨੁੱਖਾਂ ਦੀ ਵੀ ਬਹੁਤ ਵੱਡੀ ਭੀੜ ਪੁਟਵਾਈ ਕਰਦੀ ਸੀ। ਕਈ ਫੜ ਕੇ ਮਿੱਟੀ ਨੂੰ ਪੁੱਟਦੇ ਸਨ ਤੇ ਕਈ ਮਿੱਟੀ ਚੁੱਕ ਕੇ ਬਾਹਰ ਕੱਢਦੇ ਸਨ ਤੇ ਇੱਕ ਦੂਸਰੇ ਨੂੰ ਚੱਲ ਕਹਿੰਦੇ ਸਨ। ਕਈ ਭਾਵਨਾ ਕਰਕੇ ਆਉਂਦੇ ਸਨ ਕਿ ਤੀਰਥ ਪੁੱਟ ਕੇ ਫਲ ਪ੍ਰਾਪਤ ਕਰੀਏ। ਕਈ ਸਿੱਖ ਆਪ ਚੱਲ ਕੇ ਆਏ। ਕਈਆਂ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬੁਲਾਇਆ। ਇਹ ਗਾਥਾ ਜਿੱਥੇ ਕਿੱਥੇ ਫੈਲ ਗਈ। ਕਈ ਸੁਣ ਕੇ ਆਉਂਦੇ ਸਨ ਤੇ ਇਸ਼ਨਾਨ ਕਰਕੇ ਚਰਨਾਂ 'ਤੇ ਮੱਥਾ ਟੇਕਦੇ ਸਨ। ਬੜੇ ਚਾਅ ਨਾਲ ਗਾਰ ਕੱਢਦੇ ਸਨ ਅਤੇ ਨਾਮ ਸਿਮਰ ਕੇ ਆਪਣੇ ਵਿਘਨਾਂ ਨੂੰ ਦੂਰ ਕਰਦੇ ਸਨ। ਅਨੇਕਾਂ ਆਉਂਦੇ ਸਨ ਤੇ ਅਨੇਕਾਂ ਜਾਂਦੇ ਸਨ। ਕਈ ਸੇਵਾ ਕਰਕੇ ਗਿਆਨ ਪ੍ਰਾਪਤ ਕਰਦੇ ਸਨ। ਕਈ ਜਗਤ ਵਿੱਚ ਸੁੱਖ ਦੀ ਚਾਹਤ ਲੈ ਕੇ ਆਉਂਦੇ ਸਨ ਅਤੇ ਪੁੱਤਰ ਇਸਤਰੀ ਆਦਿ ਦੀ ਆਸ ਲੈ ਕੇ ਆਉਂਦੇ ਸਨ। ਸਵੇਰ ਹੁੰਦਿਆਂ ਹੀ ਸਾਰਿਆਂ ਨੂੰ ਨਾਲ ਲੈ ਕੇ ਆ ਜਾਂਦੇ ਸਨ ਤੇ ਫਿਰ ਸਾਰਾ ਦਿਨ ਖੁਦਵਾਈ ਕਰਦੇ ਸਨ। ਸ਼ਾਮ ਹੁੰਦਿਆਂ ਹੀ ਪਿੰਡ ਵਿੱਚ ਚਲੇ ਜਾਂਦੇ ਸਨ। ਗੁਰੂ ਜੀ ਦੇ ਘਰ ਬਹੁਤ ਭੋਜਨ ਤਿਆਰ ਹੁੰਦਾ ਸੀ। ਸਾਰੀ ਸੰਗਤ ਭੋਜਨ ਛਕਦੀ ਸੀ। ਸਾਰੇ ਰਾਤ ਨੂੰ ਉੱਥੇ ਹੀ ਰਹਿੰਦੇ ਸਨ। ਇਸ ਤਰ੍ਹਾਂ ਕਈ ਦਿਨ ਕਰਕੇ ਰਹੇ। ਮਿੱਟੀ ਪੁੱਟ ਕੇ ਬਾਹਰ ਸੁੱਟਦੇ ਸਨ। ਸਰੋਵਰ ਬਹੁਤ ਡੂੰਘਾ ਪੁੱਟ ਲਿਆ। ਗੁਰੂ ਜੀ ਕਹਿ ਕੇ ਵਿਸ਼ਾਲ ਸੇਵਾ ਕਰਵਾ ਰਹੇ ਸਨ। ਸਾਰੇ ਆਪਣੇ ਚਿੱਤ ਵਿੱਚ ਇਹੋ ਸੋਚਦੇ ਸਨ ਕਿ ਕਿਸੇ ਤਰ੍ਹਾਂ ਸਰੋਵਰ ਛੇਤੀ ਤੋਂ ਛੇਤੀ ਤਿਆਰ ਹੋ ਜਾਏ। ਸ਼੍ਰੀ ਗੁਰੂ ਅਮਰਦਾਸ ਜੀ ਨੇ ਸਾਡੇ ਪਿਤਾ ਜੀ ਨੂੰ ਆਗਿਆ ਕੀਤੀ ਸੀ, ਚਾਰੇ ਕੋਨਿਆਂ 'ਤੇ ਵਿਸ਼ਾਲ ਸਰੋਵਰ ਤਿਆਰ ਕਰੋ
ਤੇ ਪੱਕੀਆਂ ਇੱਟਾਂ ਲਾ ਕੇ ਸਾਰੇ ਨੂੰ ਪੱਕਾ ਕਰੋ। ਉਸ ਤਰ੍ਹਾਂ ਹੀ ਮੇਰੇ ਪਿਤਾ ਜੀ ਨੇ ਮੈਨੂੰ ਕਿਹਾ ਹੈ, ਸਰੋਵਰ ਦੀ ਕਾਰ ਸੇਵਾ ਕਰਾਉਣ ਨੂੰ ਮੇਰਾ ਚਿੱਤ ਚਾਹੁੰਦਾ ਹੈ। ਜੇ ਹਰ ਪ੍ਰਕਾਰ ਨਾਲ ਸਰੋਵਰ ਬਣ ਜਾਵੇ ਤਾਂ ਦੋਵਾਂ ਗੁਰੂ ਸਾਹਿਬਾਨਾਂ ਦੀ ਖੁਆਇਸ਼ ਪੂਰੀ ਹੋ ਜਾਏਗੀ। ਗੁਰੂ ਜੀ ਸਾਰੀਆਂ ਸੰਗਤਾਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਸਨ। ਸਰੋਵਰ ਦੀ ਕਾਰ ਸੇਵਾ 'ਤੇ ਬਹੁਤ ਜ਼ੋਰ ਦੇ ਰਹੇ ਸਨ। ਨਿਤਾ ਪ੍ਰਤੀ ਬਹੁਤ ਕਾਰ ਸੇਵਾ ਹੋ ਰਹੀ ਸੀ। ਸਾਰੇ ਬੜੇ ਸ਼ੌਕ ਨਾਲ ਪੁਟਵਾਈ ਕਰ ਰਹੇ ਸਨ। ਪੁੱਟਦਿਆਂ ਪੁੱਟਦਿਆਂ ਸਰੋਵਰ ਬਹੁਤ ਡੂੰਘਾ ਹੋ ਗਿਆ। ਲੋਕਾਂ ਦੇ ਸਮੂਹ ਮਿੱਟੀ ਬਾਹਰ ਕੱਢ ਕੇ ਸੁੱਟ ਰਹੇ ਸਨ। ਜਦ ਪੁਟਵਾਈ ਕਰਕੇ ਮਿੱਟੀ ਨੂੰ ਬਹੁਤ ਨਰਮ ਕਰ ਦਿੱਤਾ ਤਾਂ ਇੱਕ ਗੋਲਾਕਾਰ ਮੱਠ ਦਿਖਾਈ ਦਿੱਤਾ। ਸਾਰੇ ਸਿੱਖ ਭੱਜ ਕੇ ਗੁਰੂ ਜੀ ਦੇ ਪਾਸ ਆ ਕੇ ਕਹਿਣ ਲੱਗੇ, ਇੱਕ ਮੱਠ ਨਿਕਲਿਆ ਹੈ, ਲੋਕਾਂ ਨੇ ਵੇਖਿਆ ਹੈ। ਇਹ ਸੁਣ ਕੇ ਜਗਤ ਦੇ ਸਵਾਮੀ ਅੰਤਰਜਾਮੀ ਗੁਰੂ ਜੀ ਆਪ ਉੱਠੇ ਤੇ ਉਸ ਦੇ ਪਾਸ ਗਏ। ਸਾਰੇ ਲੋਕਾਂ ਨੂੰ ਉੱਥੇ ਲਾਇਆ ਤੇ ਮੱਠ ਨੂੰ ਚਾਰੇ ਪਾਸਿਆਂ ਤੋਂ ਨੰਗਾ ਕੀਤਾ। ਜਿਹੜੀ ਦਰਵਾਜ਼ੇ 'ਤੇ ਸਿਲਾ ਲੱਗੀ ਸੀ ਉਸ ਨੂੰ ਖੁਲਵਾਇਆ। ਅੰਦਰ ਵੇਖਿਆ ਤਾਂ ਇੱਕ ਮੁਨੀ ਸਮਾਧੀ ਲਾ ਕੇ ਬੈਠਾ ਹੈ। ਗੁਰੂ ਜੀ ਨੇ ਉਸੇ ਵੇਲੇ ਕਸਤੂਰੀ ਮੰਗਵਾਈ ਤੇ ਉਸ ਨੂੰ ਮੱਖਣ ਦੇ ਨਾਲ ਮਿਲਾ ਦਿੱਤਾ। 2 ਸਿੱਖਾਂ ਨੂੰ ਉਸ ਦੇ ਪੈਰਾਂ 'ਤੇ ਮਲਣ ਵਾਸਤੇ ਕਿਹਾ। ਉਹਨਾਂ ਨੇ ਹੌਲੀ ਹੌਲੀ ਮਿਸ਼ਰਨ ਨੂੰ ਉਸ ਦੇ ਪੈਰਾਂ ਵਿੱਚ ਝੱਸਿਆ ਅਤੇ ਮਲਿਆ। ਫਿਰ 10ਵੇਂ ਦਵਾਰ ਭਾਵ ਮੱਥੇ ਨੂੰ ਮਲਿਆ, ਜਿਸ ਕਾਰਨ ਮੁਨੀ ਦੇ ਸਰੀਰ ਵਿੱਚ ਗਰਮੀ ਪੈਦਾ ਹੋ ਗਈ। ਸਵਾਸ ਰੋਕ ਕੇ ਉਸਨੇ ਸਮਾਧੀ ਲਾਈ ਹੋਈ ਸੀ ਤੇ ਸਰਬ ਪ੍ਰਕਾਰ ਦੇ ਸਾਧਨਾਂ ਨੂੰ ਸਾਧਿਆ ਹੋਇਆ ਸੀ। ਉਸ ਦੇ ਤਨ ਵਿੱਚ ਚੇਤਨਤਾ ਆ ਗਈ। ਬੈਠੇ ਬੈਠੇ ਨੇ ਅਨੇਕਾਂ ਸਾਲ ਬਤੀਤ ਕੀਤੇ ਸਨ। ਜਿਹੜੇ ਸਵਾਸ 10ਵੇਂ ਦਵਾਰ ਵਿੱਚ ਰੋਕੇ ਹੋਏ ਸਨ ਉਹਨਾਂ ਨੂੰ ਹੌਲੀ ਹੌਲੀ ਬਾਹਰ ਕੱਢਿਆ। ਰੂਹ ਆਦਿ ਨਾਲ ਅਨੇਕਾਂ ਉਪਾਅ ਕਰਕੇ ਉਸ ਮੁਨੀ ਦੇ ਸਰੀਰ ਨੂੰ ਭਲੀ ਪ੍ਰਕਾਰ ਬਚਾ ਲਿਆ। ਸਾਰੇ ਮੁਨਾਸਿਬ ਢੰਗ ਇਸਤੇਮਾਲ ਕਰਕੇ ਹੌਲੀ ਹੌਲੀ ਸਰੀਰ ਦੀ ਸੋਝੀ ਧਾਰਨ ਕਰਕੇ ਫਿਰ ਜਦ ਉਸਨੇ ਦੋਵੇਂ ਅੱਖਾਂ ਖੋਲ੍ਹੀਆਂ ਤਾਂ ਆਪਣੇ ਸਾਹਮਣੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦੇਖਿਆ। ਹੌਲੀ ਹੌਲੀ ਮੁਖ ਵਿੱਚ ਜੀਭ ਨੂੰ ਹਿਲਾਇਆ ਤੇ ਸ਼ੁੱਧ ਮਨ ਨਾਲ ਕੋਮਲ ਵਚਨ ਬੋਲਿਆ, ਇਹਨਾਂ ਦਾ ਕੀ ਨਾਂ ਹੈ, ਇਹ ਮੈਨੂੰ ਸੁਣਾਓ। ਇਹਨਾਂ ਨੂੰ ਕਿਸੇ ਤੋਂ ਵਡਿਆਈ ਪ੍ਰਾਪਤ ਹੋਈ ਹੈ? ਇਹ ਕਿਸ ਦੇ ਪੁੱਤਰ ਹਨ? ਸਭ ਕੁਝ ਮੈਨੂੰ ਦੱਸੋ। ਜੱਗ ਵਿੱਚ ਹੁਣ ਕਿਹੜਾ ਸਮਾਂ ਚੱਲ ਰਿਹਾ ਹੈ? ਜਦ ਮੈਨੂੰ ਇਸ ਸਭ ਕੁਝ ਦਾ ਪਤਾ ਲੱਗ ਜਾਵੇਗਾ ਤਾਂ ਮੈਂ ਫਿਰ ਹੋਰ ਪ੍ਰਗਟ ਰੂਪ ਵਿੱਚ ਪੁੱਛਾਂਗਾ। ਫਿਰ ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਕਿਹਾ, ਸੋਢੀ ਵੰਸ਼ ਜੱਗ ਵਿੱਚ ਸਮੁੰਦਰ ਵਾਂਗ ਸ਼ੁਭ ਹੈ। ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਵਿਖੇ ਇੱਕ ਸ੍ਰੇਸ਼ਟ ਜਸ ਵਾਲੇ ਚੰਦਰਮਾ ਦਾ ਪ੍ਰਕਾਸ਼ ਹੋਇਆ ਹੈ। ਉਹਨਾਂ ਦੇ ਇਹ ਸਪੁੱਤਰ ਬੁੱਧ ਵਾਂਗ ਗਿਆਨਵਾਨ ਹਨ। ਧਰਮ ਆਤਮਾ ਦੇ ਗੁਣਾਂ ਦੇ ਸਮੂਹ ਦੀ ਇਹ ਖਾਨ ਹਨ। ਸਾਰਾ ਜੱਗ ਪਾਪ ਦੇ ਸਮੁੰਦਰ ਵਿੱਚ ਜਹਾਜ਼ ਵਾਂਗ ਡੁੱਬਣਹਾਰਾ ਹੈ। ਇਹਨਾਂ ਨੇ ਦੀਪਕ ਵਾਂਗ ਮਨੁੱਖੀ ਤਨ ਧਾਰਨ ਕੀਤਾ ਹੈ, ਜਿਨ੍ਹਾਂ ਨੇ ਸਾਰੀ ਧਰਤੀ 'ਤੇ ਚਾਨਣ ਕੀਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਅਨੁਪਮ ਨਾਮ ਹੈ ਜਿਹੜੇ ਸਾਰੀਆਂ ਜੋਤਾਂ ਦੇ ਜੋਤ ਸਰੂਪ ਹਨ। ਸਿੱਖਾਂ ਨੂੰ ਸਤਨਾਮ ਦਾ ਉਪਦੇਸ਼ ਦੇ ਕੇ ਲੱਖਾਂ ਨੂੰ ਮੁਕਤੀ ਦੇ ਕੇ ਕਲੇਸ਼ ਰਹਿਤ ਕੀਤਾ ਹੈ। ਸਾਰੇ ਜੱਗ ਵਿੱਚ ਜਸ ਫੈਲਿਆ ਹੈ। ਡੋਲ ਰਹੀ ਪ੍ਰਿਥਵੀ ਦੇ ਪਾਪਾਂ ਦਾ ਨਾਸ਼ ਕਰਕੇ ਭਾਰ ਦੂਰ ਕੀਤਾ ਹੈ। ਉਹਨਾਂ ਪਾਸੋਂ ਗੁਰਤਾ ਦੀ ਵਡਿਆਈ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਲੈ ਕੇ ਗੁਰਿਆਈ ਪ੍ਰਾਪਤ ਕੀਤੀ। ਉਹਨਾਂ ਤੋਂ ਪਿੱਛੋਂ ਸ੍ਰੀ ਗੁਰੂ ਅਮਰਦਾਸ ਜੀ ਗੁਰਗੱਦੀ 'ਤੇ ਬੈਠੇ। ਉਹਨਾਂ ਤੋਂ ਤੀਸਰੀ ਮਸ਼ਾਲ ਜਗੀ, ਜਿਨ੍ਹਾਂ ਨੇ ਹਨੇਰੇ ਨੂੰ ਦੂਰ ਕਰਕੇ ਸਾਰੇ ਚਾਨਣ ਕਰ ਦਿੱਤਾ। ਉਸ ਮਸ਼ਾਲ ਤੋਂ ਫਿਰ ਹੋਰ ਮਸ਼ਾਲ ਜਗੀ। ਸ੍ਰੀ ਗੁਰੂ ਰਾਮਦਾਸ ਜੀ ਹਨੇਰਾ ਦੂਰ ਕਰਨ ਵਾਲੇ ਸਨ। ਉਹਨਾਂ ਦੇ ਸਪੁੱਤਰ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਹਨ। ਉਸੇ ਜੋਤ ਦਾ ਇਹ 5ਵਾਂ ਸਰੀਰ ਹੈ। ਇੱਕ ਤੀਰਥ ਬਣਾਉਣ ਲਈ ਇਸ ਸਥਾਨ ਦੀ ਖੁਦਵਾਈ ਕੀਤੀ ਹੈ, ਜਿਸ ਕਰਕੇ ਤੁਹਾਡੇ ਦਰਸ਼ਨ ਪਾਏ ਹਨ। ਹੁਣ ਆਪਣਾ ਪ੍ਰਸੰਗ ਸੁਣਾਓ। ਸਾਰੇ ਹੈਰਾਨ ਹੋ ਕੇ ਸੁਣਨਾ ਚਾਹੁੰਦੇ ਹਨ। ਇਹ ਸੁਣ ਕੇ ਜੋਗੀ ਬਹੁਤ ਪ੍ਰਸੰਨ ਹੋਇਆ। ਸੁਖਦਾਤੇ ਗੁਰੂ ਜੀ ਬਾਰੇ ਸੁਣ ਕੇ ਅਤੇ ਯਾਦ ਕਰਕੇ ਕਹਿਣ ਲੱਗਾ, ਮੈਂ ਜੋਗ ਦੀ ਕਮਾਈ ਕੀਤੀ ਹੈ, ਜਿਸ ਕਰਕੇ ਸਫਲ ਦਰਸ਼ਨ ਪਾਏ ਹਨ। ਭੂਤਕਾਲ ਅਤੇ ਭਵਿੱਖ ਕਾਲ ਦੇ ਵੱਡੇ ਗਿਆਤਾ ਮੇਰੇ ਗੁਰੂ ਜੀ ਗਿਆਨ ਦੇ ਵੱਡੇ ਦਾਤਾ ਸਨ। ਮੈਂ ਉਹਨਾਂ ਦੀ ਸ਼ਰਣੀ ਪੈ ਗਿਆ ਅਤੇ ਕਈ ਪ੍ਰਕਾਰ ਉਹਨਾਂ ਦੀ ਸੇਵਾ ਕੀਤੀ।
ਮੈਨੂੰ ਮੁਕਤੀ ਬਖਸ਼ਣ ਵਾਸਤੇ ਕਿਹਾ। ਬੜੀ ਦੇਰ ਬਾਅਦ ਤੇਰੀ ਇਹ ਅਭਿਲਾਸ਼ਾ ਪੂਰੀ ਹੋਵੇਗੀ। ਹੁਣ ਤੋਂ ਤੈਨੂੰ ਮੇਰਾ ਇਹ ਵਰ ਹੋਇਆ ਕਿ ਅਗਿਆਨਤਾ ਨੂੰ ਦੂਰ ਕਰਕੇ ਮੁਕਤੀ ਪ੍ਰਾਪਤ ਕਰੇਗਾ। ਤੇਰਾ ਸਰੀਰ ਅਮਰ ਹੋ ਜਾਏਗਾ। ਇਸ ਲਈ ਧੀਰਜ ਨਾਲ ਸਮਾਧੀ ਲਾ ਕੇ ਬੈਠ ਜਾਓ। ਇੱਕ ਮੱਠ ਬਣਾ ਕੇ ਇਸ ਥਾਂ ਹੀ ਬੈਠੇ ਰਹੋ। ਇੱਥੇ ਬੈਠਿਆਂ ਹੀ ਗਿਆਨ ਪ੍ਰਾਪਤ ਕਰਨ ਦਾ ਸਮਾਂ ਆ ਜਾਏਗਾ। ਸ਼੍ਰੀ ਗੁਰੂ ਅਰਜਨ ਦੇਵ ਜੀ ਅਵਤਾਰ ਹੋਣਗੇ। ਉਹ ਇੱਥੇ ਇੱਕ ਸ੍ਰੇਸ਼ਟਾ ਵਾਲਾ ਤੀਰਥ ਪ੍ਰਗਟ ਕਰਨਗੇ। ਜਦ ਇਸ ਥਲ ਦੀ ਆ ਕੇ ਖੁਦਵਾਈ ਕਰਵਾਉਣਗੇ, ਤੈਨੂੰ ਬਾਹਰ ਕੱਢ ਕੇ ਆਪਣੇ ਦਰਸ਼ਨ ਦੇਣਗੇ। ਉਹਨਾਂ ਪਾਸ ਆਪਣਾ ਪ੍ਰਸ਼ਨ ਕਰਨਾ ਤੇ ਉਹਨਾਂ ਦੇ ਗਿਆਨ ਵਾਲੇ ਵਾਕ ਸੁਣਨਾ, ਤਾਂ ਤੇਰਾ ਕਲਿਆਣ ਹੋਵੇਗਾ। ਇਸ ਤਰ੍ਹਾਂ ਮੇਰੇ ਗੁਰੂ ਜੀ ਨੇ ਕਿਰਪਾ ਕਰਕੇ ਕਿਹਾ ਸੀ। ਤਦ ਮੈਂ ਇਹ ਮੱਠ ਬਣਵਾਇਆ ਅਤੇ ਸਮਾਧੀ ਲਾ ਕੇ ਅਡੋਲ ਬੈਠਾ ਰਿਹਾ। ਆਪਣੇ ਉੱਪਰ ਮਿੱਟੀ ਨੂੰ ਮੈਂ ਨਹੀਂ ਜਾਣਿਆ। ਆਪਣੇ ਗੁਰੂ ਜੀ ਦੇ ਵਰ ਕਰਕੇ ਜਿਉਂਦਾ ਰਿਹਾ। ਮੁਕਤੀ ਪ੍ਰਾਪਤ ਕਰਨ ਦਾ ਹੁਣ ਸਮਾਂ ਆ ਗਿਆ ਹੈ। ਇਸ ਤਰ੍ਹਾਂ ਕਹਿ ਕੇ ਜੋਗੀ ਨੂੰ ਪੂਰੀ ਸੋਝੀ ਹੋ ਗਈ ਅਤੇ ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨੀ ਪੈ ਗਿਆ ਤੇ ਬੜਾ ਸ਼ਾਂਤ ਹੋ ਕੇ ਬੇਨਤੀ ਕੀਤੀ, ਤੁਹਾਡੇ ਬਚਨਾਂ ਨਾਲ ਮੇਰਾ ਕਲਿਆਣ ਹੋਵੇਗਾ। ਹੇ ਕਿਰਪਾ ਦੇ ਖਜ਼ਾਨੇ, ਮੈਨੂੰ ਆਪਣਾ ਉਪਦੇਸ਼ ਸੁਣਾਓ। ਜੇਕਰ ਇਹ ਜਗਤ ਝੂਠਾ ਹੈ ਤਾਂ ਫਿਰ ਇਹ ਸਭ ਕਿਸੇ ਨੂੰ ਸੱਤ ਕਿਉਂ ਭਾਸਦਾ ਹੈ? ਜੇ ਇਸ ਜੱਗ ਨੂੰ ਸੱਚ ਕਹਿੰਦੇ ਹਾਂ ਤਾਂ ਗਿਆਨਵਾਨ ਨੂੰ ਕਿਉਂ ਝੂਠਾ ਲੱਗਦਾ ਹੈ? ਜੇ ਆਤਮਾ ਦਾ ਸਰੂਪ ਇੱਕ ਹੈ ਤਾਂ ਇਸ ਵਿੱਚ ਬਹੁਤਾਪਨ ਕਿਵੇਂ ਹੈ? ਇਹ ਸਾਰੇ ਜੀਵ ਜੰਗਮ ਚੱਲਦੇ ਹਨ ਤਾਂ ਕਿਵੇਂ ਅਚਲ ਇੱਕ ਸਮਾਨ ਰਹਿੰਦਾ ਹੈ? ਇਹ ਨਿਸ਼ਚੈ ਕਰਕੇ ਸਮਝਾਓ। ਇਹ ਆਪੇ ਜਗਤ ਰੂਪ ਬਣ ਕੇ ਕਿਸ ਤਰ੍ਹਾਂ ਸਭ ਜੀਵਾਂ ਤੋਂ ਨਿਰਲੇਪ ਰਹਿੰਦਾ ਹੈ? ਜਿਸ ਦਾ ਨਾਂ ਬ੍ਰਹਮ ਆਤਮਾ ਹੈ, ਉਸ ਨੂੰ ਆਪਣੇ ਸਰੂਪ ਵਿੱਚ ਕਿਵੇਂ ਵੇਖਾਂ? ਮੁਨੀਆਂ ਨੇ ਅਨੇਕਾਂ ਯੁੱਗ ਬਤੀਤ ਕੀਤੇ ਹਨ, ਕਹਿ ਥੱਕ ਗਏ ਹਨ, ਪਰ ਪਾਰਾਵਾਰ ਨਹੀਂ ਪਾ ਸਕੇ। ਜਿਸ ਦਾ ਬ੍ਰਹਮ ਮਿੱਤਰ ਹੋਵੇ, ਉਸ ਦੇ ਚਿੱਤ ਵਿੱਚ ਸ਼ਾਂਤੀ ਪ੍ਰਗਟ ਹੋ ਜਾਂਦੀ ਹੈ। ਜਿਸ ਦੇ ਪਾਸ ਕੋਈ ਹੋਰ ਪਦਵੀ ਨਹੀਂ ਹੈ, ਉਹ ਸਤ, ਆਨੰਦ ਅਤੇ ਅਨਾਦ ਹੋ ਜਾਂਦਾ ਹੈ। ਕਿਵੇਂ ਮੈਂ ਬ੍ਰਹਮ ਸਰੂਪ ਨੂੰ ਆਪਣੇ ਹਿਰਦੇ ਵਿੱਚ ਪ੍ਰਗਟ ਕਰਾਂ, ਫਿਰ ਗੁਰੂ ਜੀ ਦੇ ਵਰ ਨੂੰ ਸਫਲ ਬਣਾਵਾਂ? ਜਿਸ ਸਰੀਰ ਦੀ ਬਹੁਤ ਵੱਡੀ ਉਮਰ ਹੈ ਅਤੇ ਜਿਸ ਨੇ ਯਤਨਾਂ ਨਾਲ ਆਪਣੇ ਮਨ ਦੀ ਗਤੀ ਰੋਕੀ ਹੈ, ਉਹ ਮੁਨੀ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਬਹਾਨਾ ਪਾ ਕੇ ਚਿੱਤ ਵਿੱਚ ਚੰਗੀ ਮੁਕਤੀ ਪਾਉਣੀ ਚਾਹੁੰਦਾ ਸੀ। ਸਾਰਿਆਂ ਵਿੱਚ ਜੋਗੀ ਨੇ ਇਸ ਤਰ੍ਹਾਂ ਕਿਹਾ। ਮਨੁੱਖਾਂ ਦੇ ਸਮੂਹ ਵੇਖ ਵੇਖ ਕੇ ਹੈਰਾਨ ਹੋ ਰਹੇ ਸਨ। ਕਿਰਪਾ ਦੇ ਭੰਡਾਰ ਗੁਰੂ ਜੀ ਨੇ ਸੁਣ ਕੇ ਅਤੇ ਆਪਣਾ ਯੋਗ ਅਧਿਕਾਰ ਸਮਝ ਕੇ ਬ੍ਰਹਮ ਦਾ ਨਿਰਣਾ ਕਰਨ ਵਾਸਤੇ ਉਸ ਮੁਨੀ ਨਾਲ ਇਸ ਤਰ੍ਹਾਂ ਬਚਨ ਕੀਤੇ, ਹੇ ਜੋਗੇਸ਼ਵਰ, ਇਹ ਅਚਰਜ ਹੈ। ਨਾ ਕਹੇ ਜਾਣ ਵਾਲੇ ਬ੍ਰਹਮ ਨੂੰ ਕਿਸ ਤਰ੍ਹਾਂ ਕੋਈ ਕਹੇ? ਉਸ ਦਾ ਨਾਮ ਅਗਮ ਅਗੋਚਰ ਹੈ। ਉਹ ਕਦੇ ਵੀ ਇੰਦਰੀਆਂ ਦਾ ਵਿਸ਼ਾ ਨਹੀਂ ਹੈ। ਤੈਨੂੰ ਦੱਸਣ ਅਤੇ ਸਿੱਖਿਆ ਦੇਣ ਖਾਤਰ ਕਿਰਪਾ ਕਰਕੇ ਗੁਰੂ ਜੀ ਉਚਾਰਨ ਕਰਦੇ ਹਨ। ਜੋ ਆਪਣੇ ਮਨ ਵਿੱਚ ਸਮੱਗਰੀ ਰਚਦਾ ਹੈ, ਉਹ ਸਭ ਸੁਪਨੇ ਵਾਂਗ ਸੱਚ ਪ੍ਰਤੀਤ ਹੁੰਦੀ ਹੈ। ਡਰ ਕੇ ਬਰੜਾ ਕੇ ਉੱਠਦਾ ਹੈ। ਇਸਤਰੀ ਮੇਲ ਨਾਲ ਬੀਜਪਾਤ ਹੁੰਦਾ ਹੈ। ਕਦੀ ਹੱਸਦਾ ਹੈ ਅਤੇ ਕਦੀ ਰੋਂਦਾ ਹੈ ਅਤੇ ਕਦੇ ਦਿਲ ਵਿੱਚ ਬੜਾ ਫਸਾਦ ਧਾਰਨ ਕਰਦਾ ਹੈ। ਜਿਸ ਨੂੰ ਸੁਪਨੇ ਵਿੱਚ ਸੱਚ ਜਾਣਦਾ ਹੈ, ਖੁਸ਼ੀ ਗਮੀ ਦੀ ਉਸ ਸਮੇਂ ਰਚਨਾ ਕਰਦਾ ਹੈ। ਜੇ ਉਸ ਸਮੇਂ ਇਸ ਨੂੰ ਝੂਠ ਮੰਨੇ ਤਾਂ ਸੁਪਨੇ ਦੀ ਇਹ ਸਾਰੀ ਕਿਰਿਆ ਕਦੇ ਵੀ ਨਾ ਹੋਵੇ। ਜਿਵੇਂ ਬਾਜ਼ੀਗਰ ਆਪਣੀ ਮਾਇਆ ਨੂੰ ਮਿੱਥਿਆ ਸਮਝ ਕੇ ਨਾ ਦੁਖੀ ਹੁੰਦਾ ਹੈ ਅਤੇ ਨਾ ਹੀ ਖੁਸ਼ ਹੁੰਦਾ ਹੈ, ਜਦ ਉਸ ਦਾ ਸੁਪਨਾ ਖਤਮ ਹੋ ਜਾਂਦਾ ਹੈ ਤਾਂ ਝੂਠਾ ਸਮਝ ਕੇ ਫਿਰ ਪ੍ਰਸੰਨ ਨਹੀਂ ਹੁੰਦਾ। ਸੁਪਨੇ ਵਿੱਚ ਸ਼ੇਰ ਵੇਖਦਾ ਹੈ, ਜਾ ਕੇ ਕਿਤੇ ਵੀ ਭੱਜਦਾ ਨਹੀਂ। ਸੁਪਨ ਸਮੱਗਰੀ ਸਾਰੀ ਇਸ ਤਰ੍ਹਾਂ ਦੀ ਜਾਣੋ, ਖੁਸ਼ੀ ਗਮੀ ਨੂੰ ਕਿਸੇ ਤਰ੍ਹਾਂ ਵੀ ਦਿਲ ਵਿੱਚ ਨਹੀਂ ਧਾਰਦਾ। ਉਸ ਰੀਤੀ ਅਨੁਸਾਰ ਜਿੰਨਾ ਚਿਰ ਗਿਆਨ ਰਹਿੰਦਾ ਹੈ, ਜਗਤ ਨੂੰ ਕਈ ਪ੍ਰਕਾਰ ਸੱਚਾ ਜਾਣਦਾ ਹੈ। ਪਿਆਰੀ ਵਸਤੂ ਦੇ ਮਿਲਿਆਂ ਦਿਲ ਵਿੱਚ ਪ੍ਰਸੰਨ ਹੁੰਦਾ ਹੈ ਅਤੇ ਦੁੱਖਦਾਈ ਵਸਤੂ ਦੇ ਮਿਲਿਆਂ ਹਿਰਦੇ ਵਿੱਚ ਭਾਰੀ ਦੁੱਖ ਹੁੰਦਾ ਹੈ। ਪ੍ਰੇਮ, ਦਵੈਖ, ਡਰ ਆਦਿ ਜੋ ਹਨ, ਇਹਨਾਂ ਨੂੰ ਧਾਰਨ ਕਰਕੇ ਅਨੇਕ ਦੁੱਖ ਪਾਉਂਦਾ ਹੈ। ਵੱਡੇ ਭਾਗਾਂ ਨਾਲ ਜਦ ਸਤਿਗੁਰੂ ਮਿਲਦੇ ਹਨ ਤਾਂ ਸਾਰੇ ਕਲੇਸ਼ ਮੁਕਾ ਕੇ ਪ੍ਰਾਣੀ ਨੂੰ ਬਚਾ ਲੈਂਦੇ ਹਨ। ਜਿਵੇਂ ਸੁਪਨੇ ਵਿੱਚ ਸ਼ੇਰ ਬਹੁਤ ਭਿਆਨਕ ਲੱਗਦਾ ਹੈ, ਵੇਖਦਿਆਂ ਹੀ ਬਹੁਤ ਡਰ ਲੱਗਦਾ ਹੈ,
ਭੱਜਿਆ ਜਾਂਦਾ ਨਹੀਂ, ਡਿੱਗ ਡਿੱਗ ਪੈਂਦਾ ਹੈ, ਕਮਜ਼ੋਰ ਹੋ ਜਾਂਦਾ ਹੈ ਤੇ ਡਰਦਾ ਅਤੇ ਬਰੜਾਉਂਦਾ ਹੈ। ਇੰਨੇ ਵਿੱਚ ਕੋਈ ਜਾਗਦਾ ਮਨੁੱਖ ਆਉਂਦਾ ਹੈ, ਦੁਖੀ ਜਾਣ ਕੇ ਫੜ ਕੇ ਜਗਾਉਂਦਾ ਹੈ। ਇਸ ਤਰ੍ਹਾਂ ਡਰਿਆ ਜਾਣ ਕੇ ਸਤਿਗੁਰੂ ਵੇਖਦਾ ਹੈ। ਉਹ ਉਪਦੇਸ਼ ਦੇ ਕੇ ਬਹੁਤ ਸੁੱਖ ਦਿੰਦੇ ਹਨ। ਜਨਮ ਮਰਨ ਦੋਵੇਂ ਤੇਰੇ ਵਿੱਚ ਨਹੀਂ ਹਨ, ਭੁੱਖ ਪਿਆਸ ਵੀ ਤੇਰੇ ਵਿੱਚ ਨਹੀਂ ਹੈ, ਖੁਸ਼ੀ ਗਮੀ ਵੀ ਤੇਰੇ ਵਿੱਚ ਲੇਸ਼ ਮਾਤਰ ਵੀ ਨਹੀਂ ਹੈ। ਇਹਨਾਂ ਤੋਂ ਪਰੇ ਜਿਹੜਾ ਰੂਪ ਹੈ ਉਸ ਨੂੰ ਸਮਝ ਮੈਂ ਹਾਂ। ਇਤਿਆਦਿ ਜਦ ਉਪਦੇਸ਼ ਦਿੱਤੇ ਤਾਂ ਹਿਰਦੇ ਵਿੱਚੋਂ ਅਗਿਆਨਤਾ ਦਾ ਨਾਸ਼ ਹੋ ਗਿਆ। ਤਦ ਇਸ ਜਗਤ ਨੂੰ ਝੂਠ ਮੰਨਿਆ। ਇਸ ਪ੍ਰਥਾਏ ਗੁਰੂ ਜੀ ਨੇ ਇੱਕ ਸ਼ਬਦ ਦਾ ਵੀ ਉਚਾਰਨ ਕੀਤਾ। ਸੂਹੀ ਮਹੱਲਾ ਪੰਜਵਾਂ, ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਸਾਂਗ ਉਤਾਰ ਥੰਮਿਓ ਪਾਸਾਰਾ, ਤਬ ਏਕੋ ਏਕੰਕਾਰਾ। ਬਾਜ਼ੀਗਰ ਜਿਵੇਂ ਬਾਜ਼ੀ ਪਾਉਂਦਾ ਹੈ ਅਤੇ ਅਨੇਕ ਰੂਪ ਧਾਰਨ ਕਰਕੇ ਸਵਾਂਗ ਵਿਖਾਉਂਦਾ ਹੈ, ਉਹ ਅਨੇਕ ਪ੍ਰਕਾਰ ਦੀ ਕਿਰਿਆ ਕਰਦਾ ਹੈ, ਅਖਾੜਾ ਬੰਨ੍ਹ ਕੇ ਫਿਰਦਾ ਅਤੇ ਲੜਦਾ ਹੈ। ਉਹਨਾਂ ਵਿੱਚ ਇੱਕ ਬਾਜ਼ੀਗਰ ਸੱਚਾ ਹੈ, ਉਸ ਦੀ ਬਾਜ਼ੀ ਸਭ ਮਿਥਿਆ ਤੇ ਕੱਚੀ ਪਿੱਲੀ ਹੈ। ਸਾਰੀਆਂ ਪੁਤਲੀਆਂ ਮਨੁੱਖ ਦੇ ਅਧੀਨ ਹੁੰਦੀਆਂ ਹਨ। ਜਿਵੇਂ ਉਹ ਨਚਾਉਂਦਾ ਹੈ ਤਿਵੇਂ ਹੀ ਨੱਚਦੀਆਂ ਹਨ। ਕਿਸੇ ਨੂੰ ਹਰਾਉਂਦਾ ਹੈ ਅਤੇ ਕਿਸੇ ਨੂੰ ਜਿਤਾਉਂਦਾ ਹੈ, ਕਿਸੇ ਨੂੰ ਸੋਗੀ ਬਣਾਉਂਦਾ ਹੈ, ਕਿਸੇ ਨੂੰ ਖੁਸ਼ੀ ਉਪਜਾਉਂਦਾ ਹੈ। ਜਦ ਆਪਣੇ ਸਾਰੇ ਪਸਾਰੇ ਨੂੰ ਸਮੇਟ ਲੈਂਦਾ ਹੈ ਤਾਂ ਫਿਰ ਸਭ ਕੁਝ ਕਰਨ ਵਾਲਾ ਇਕੱਲਾ ਬਾਜ਼ੀਗਰ ਹੀ ਰਹਿ ਜਾਂਦਾ ਹੈ। ਇਸ ਤਰ੍ਹਾਂ ਹੀ ਪਰਮੇਸ਼ਰ ਦਾ ਰੂਪ ਜਾਣੋ। ਆਪਣੀ ਇੱਛਾ ਅਨੁਸਾਰ ਅਨੁਪਮ ਕਾਰਜ ਕਰਦਾ ਹੈ। ਬੇਅੰਤ ਜੜ ਅਤੇ ਚੇਤਨ ਰੂਪ ਜੀਵ ਜੰਤ ਪੈਦਾ ਕੀਤੇ ਹਨ। ਆਪਣੀ ਸ਼ਕਤੀ ਨੂੰ ਆਪ ਵਿੱਚ ਪ੍ਰਵੇਸ਼ਿਆ ਹੈ। ਜਦ ਪਰਮੇਸ਼ਰ ਚਾਹੁੰਦਾ ਹੈ ਤਾਂ ਇਹਨਾਂ ਸਾਰੇ ਜੀਵਾਂ ਦਾ ਨਾਸ਼ ਕਰ ਦਿੰਦਾ ਹੈ ਤੇ ਕੇਵਲ ਇੱਕ ਆਪ ਹੀ ਸਥਿਰ ਰਹਿ ਜਾਂਦਾ ਹੈ। ਜੋਗੀ ਨੇ ਫਿਰ ਪੁੱਛਿਆ, ਇਹ ਕਿਸ ਰੂਪ ਵਿੱਚ ਉਤਪੰਨ ਹੁੰਦਾ ਹੈ? ਦੱਸੋ ਜਿਹੜਾ ਵਿਨਾਸ਼ਮਾਨ ਹੈ। ਗੁਰੂ ਜੀ ਨੇ ਕਿਹਾ, ਇਸ ਪ੍ਰਥਾਏ ਹੋਰ ਦ੍ਰਿਸ਼ਟਾਂਤ ਸੁਣੋ। ਜਿਸ ਵਿਧੀ ਅਨੁਸਾਰ ਹੋਏ ਉਹ ਸਭ ਪ੍ਰਕਾਰ ਸੁਣੋ। ਜਲ ਉੱਤੇ ਬਹੁਤ ਲਹਿਰਾਂ ਉੱਠਦੀਆਂ ਹਨ। ਕੁਝ ਲਹਿਰਾਂ ਛੋਟੀਆਂ ਹੁੰਦੀਆਂ ਹਨ ਅਤੇ ਕੁਝ ਵੱਡੀਆਂ ਹੁੰਦੀਆਂ ਹਨ, ਪਰ ਫਿਰ ਸਾਰੀਆਂ ਖਤਮ ਹੋ ਜਾਂਦੀਆਂ ਹਨ। ਜਿਸ ਜਲ 'ਤੇ ਲਹਿਰਾਂ ਉੱਠੀਆਂ ਸਨ, ਜਲ ਉਹੀ ਹੈ, ਨਾਮ ਮਾਤਰ ਹੀ ਉਹਨਾਂ ਦੀ ਉੱਥੇ ਹੋਂਦ ਕਾਇਮ ਹੋਈ ਸੀ। ਜਿਹੜੇ ਨਹੀਂ ਜਾਣਦੇ ਹਨ ਉਹ ਇਸ ਤਰ੍ਹਾਂ ਕਹਿੰਦੇ ਹਨ, ਜਿਸ ਜਲ 'ਤੇ ਲਹਿਰਾਂ ਉੱਠੀਆਂ ਸਨ ਉਹ ਜਲ ਹੀ ਨਹੀਂ। ਜਿਹੜਾ ਜਲ ਨੂੰ ਸਭ ਲਹਿਰਾਂ ਹੀ ਜਾਣਦਾ ਹੈ, ਉਹ ਹਰ ਤਰ੍ਹਾਂ ਨਾਲ ਕਾਰਜ ਨੂੰ ਸਿੱਧ ਕਰਦਾ ਹੈ, ਸਭ ਰੀਤੀਆਂ ਅਨੁਸਾਰ ਇਸ਼ਨਾਨ ਕਰਦਾ ਹੈ ਅਤੇ ਸਦਾ ਹੀ ਪਿਆਸ ਤੇ ਮੈਲ ਤੋਂ ਰਹਿਤ ਰਹਿੰਦਾ ਹੈ। ਪਹਿਲਾਂ ਜਗਤ ਵਿੱਚ ਇੱਕ ਹੀ ਬ੍ਰਹਮ ਸਰੂਪ ਸੀ। ਫਿਰ ਇਸ ਦੀਆਂ ਅਨੇਕਾਂ ਅਨੁਪਮ ਆਤਮਾਵਾਂ ਬਣ ਗਈਆਂ, ਜਿਹੜੀਆਂ ਕਈ ਪ੍ਰਕਾਰ ਨਾਲ ਨਸ਼ਟ ਹੋ ਜਾਂਦੀਆਂ ਹਨ। ਬ੍ਰਹਮ ਤੋਂ ਬਿਨਾਂ ਦੂਸਰਾ ਕੋਈ ਨਹੀਂ ਹੈ, ਜਿਸ ਦਾ ਆਦ ਨਹੀਂ ਅੰਤ ਨਹੀਂ, ਸਦਾ ਹੀ ਸੱਚਾ ਸਰੂਪ ਹੋਣ ਕਰਕੇ ਉਸ ਨੂੰ ਸੱਚਾ ਕਹਿੰਦੇ ਹਨ। ਇਸ ਕਰਕੇ ਸਭ ਰੂਪਾਂ ਨੂੰ ਬ੍ਰਹਮ ਹੀ ਜਾਣੋ, ਹੋਰ ਆਕਾਰਾਂ ਜਾਂ ਰੂਪਾਂ ਨੂੰ ਇੱਕ ਭਰਮ ਭੁਲੇਖਾ ਹੀ ਮੰਨੋ। ਅਗਿਆਨੀ ਵਿਸ਼ਿਆਂ ਵਿੱਚ ਆਨੰਦ ਲੈਂਦਾ ਹੈ, ਪਰ ਗਿਆਨੀ ਨੂੰ ਆਪਣਾ ਹੀ ਨਿੱਜੀ ਆਨੰਦ ਪ੍ਰਾਪਤ ਹੈ। ਸਭ ਕੋਈ ਭੁੱਲ ਕੇ ਸਰੀਰ ਦੇ ਹੰਕਾਰ ਨੂੰ ਧਾਰਨ ਕਰਦਾ ਹੈ, ਫਿਰ ਪਦਾਰਥਾਂ ਵਿੱਚ ਮਮਤਾਵਾਨ ਹੋ ਜਾਂਦਾ ਹੈ। ਇਹ ਸਭ ਮਾਇਆ ਦੇ ਵਿਕਾਰ ਹਨ, ਜਿਸ ਦਾ ਨਾਨਾਪਨ ਦਿਖਾਈ ਦਿੰਦਾ ਹੈ। ਵਾਸਤਵ ਭਾਵ ਬ੍ਰਹਮ ਨਹੀਂ ਜਾਣਿਆ ਜਾ ਸਕਦਾ। ਇਹ ਮਾਇਆ ਦਾ ਰੂਪ ਕਹਾਉਂਦਾ ਹੈ। ਅੰਮ੍ਰਿਤ ਵਰਗੀ ਬਾਣੀ ਸੁਣ ਕੇ ਜੋਗੀ ਬਹੁਤ ਪ੍ਰਸੰਨ ਹੋਇਆ। ਫਿਰ ਭਲਾ ਨਿਰਣਾ ਕਰਨ ਵਾਸਤੇ ਪ੍ਰਸ਼ਨ ਕੀਤਾ, ਕਿਹੜੇ ਵਾਦ ਵਿਵਾਦ ਨਾਲ ਬ੍ਰਹਮ ਸਿੱਧ ਕੀਤਾ ਹੈ, ਜਿਸ ਤੋਂ ਸਾਰੇ ਪ੍ਰਪੰਚ ਦ੍ਰਿਸ਼ਟਮਾਨ ਹੋ ਗਏ ਹਨ। ਸੋਨੇ ਦੇ ਗਹਿਣਿਆਂ ਦਾ ਦ੍ਰਿਸ਼ਟਾਂਤ ਰੂਪ ਬਦਲਣ ਵਾਲਾ ਦਿਖਾਈ ਦਿੱਤਾ ਹੈ। ਸੋਨੇ ਨੇ ਆਪਣਾ ਰੂਪ ਬਦਲ ਲਿਆ ਅਤੇ ਕੰਗਨ ਕੁੰਡਲ ਆਦਿ ਗਹਿਣਿਆਂ ਵਿੱਚ ਬਦਲ ਗਿਆ। ਬ੍ਰਹਮ ਵੀ ਉਸ ਤਰ੍ਹਾਂ ਹੀ ਬਦਲਣ ਵਾਲਾ ਹੈ। ਜਗਤ ਵਿੱਚ ਚੇਤਨ ਅਤੇ ਜੜ ਜਿਵੇਂ ਉਪਜਿਆ ਹੈ। ਜਿਸ ਮਾਇਆ ਬਾਰੇ ਤੁਸੀਂ ਦੱਸਦੇ ਹੋ ਉਹ ਝੂਠੀ ਕਿ ਸੱਚੀ ਬਿਆਨ ਕਰਦੇ ਹੋ। ਬ੍ਰਹਮ ਸਰੂਪ ਕਿਵੇਂ ਵੇਖਿਆ, ਉਸ ਬਾਰੇ ਤਾਂ ਕਹਿੰਦੇ ਹਨ ਕਿ ਬ੍ਰਹਮ ਸੂਖਮ ਤੋਂ ਵੀ ਸੂਖਮ ਹੈ। ਮਹਾਂਪੁਰਖ ਜੋਗੀ ਦੀ ਗੱਲ ਸੁਣ ਕੇ ਗੁਰੂ ਜੀ ਨੇ ਵਿਚਾਰ ਕੇ ਉੱਤਰ ਦਿੱਤਾ, ਅਸੀਂ ਇਹ ਵਿਵਰਤਵਾਦ ਕਿਹਾ ਹੈ, ਅਰਥਾਤ ਬ੍ਰਹਮ ਸਤ ਹੈ, ਉਸ ਤੋਂ ਜਗਤ ਮਾਇਆ ਕਰਕੇ ਭਾਸਦਾ ਹੈ ਤੇ ਗਿਆਨ ਨਾਲ ਬ੍ਰਹਮ ਬਿਨਾਂ
ਹੋਰ ਕੁਝ ਨਹੀਂ ਭਾਸਦਾ। ਜਿਵੇਂ ਰੱਸੀ ਤੋਂ ਸੱਪ ਦਾ ਭੁਲੇਖਾ ਪੈਂਦਾ ਹੈ, ਭੈ ਆਦਿ ਕਰਕੇ ਮਨੁੱਖ ਵੇਖ ਕੇ ਕੰਬ ਉੱਠਦਾ ਹੈ, ਉਸ ਤਰ੍ਹਾਂ ਬ੍ਰਹਮ ਤੋਂ ਇਹ ਜਗਤ ਦਿਖਾਈ ਦਿੰਦਾ ਹੈ ਤੇ ਖੁਸ਼ੀ ਗਮੀ ਉਸ ਨੂੰ ਇੱਕ ਸਮਾਨ ਦਿਸਦਾ ਹੈ। ਗਿਆਨ ਤੋਂ ਬਗੈਰ ਇਹ ਭੁਲੇਖਾ ਮਿਟਦਾ ਨਹੀਂ, ਸਦਾ ਸ਼ੰਕੇ ਸਹਿਤ ਦੁੱਖ ਸੁੱਖ ਵਿੱਚ ਪਿਆ ਰਹਿੰਦਾ ਹੈ, ਅਨੇਕਾਂ ਜਨਮਾਂ ਵਿੱਚ ਭਰਮਦਾ ਹੈ, ਉੱਚੇ ਨੀਵੇਂ ਦੇ ਭਰਮਾਂ ਵਿੱਚ ਪਿਆ ਰਹਿੰਦਾ ਹੈ। ਜਿਸ ਨੇ ਜਗਤ ਨੂੰ ਬ੍ਰਹਮ ਰੂਪ ਪਛਾਣ ਲਿਆ ਹੈ, ਅਨੇਕ ਪ੍ਰਕਾਰ ਦੇ ਆਨੰਦ ਛੱਡ ਕੇ ਇੱਕ ਬ੍ਰਹਮ ਵਿੱਚ ਮਸਤ ਹੋ ਗਿਆ ਹੈ, ਉਸ ਮਨੁੱਖ ਨੂੰ ਜੀਵਨ ਮੁਕਤ ਕਿਹਾ ਜਾਂਦਾ ਹੈ। ਉਸਨੇ ਕਲੇਸ਼ਾਂ ਦਾ ਮੂਲ ਅਵਿਦਿਆ ਦਾ ਨਾਸ਼ ਕਰ ਲਿਆ। ਜਿੱਥੇ ਵੀ ਉਸ ਦੀ ਦੇਹ ਦਾ ਵਿਨਾਸ਼ ਹੋਵੇ, ਭਾਵੇਂ ਉਹ ਅਪਵਿੱਤਰ ਥਲ ਹੋਵੇ ਜਾਂ ਕਿਸੇ ਤੀਰਥ ਸਥਾਨ ਦੇ ਪਾਸ ਹੋਵੇ, ਉੱਥੇ ਹੀ ਆਨੰਦ ਨੂੰ ਪਾ ਲੈਂਦਾ ਹੈ। ਫਿਰ ਉਹ ਜਨਮ ਮਰਨ ਵਿੱਚ ਆਉਂਦਾ ਜਾਂਦਾ ਨਹੀਂ। ਇਸ ਤਰ੍ਹਾਂ ਕਹਿ ਕੇ ਗੁਰੂ ਜੀ ਨੇ ਉਸ ਜੋਗੀ ਵੱਲ ਕਿਰਪਾ ਦ੍ਰਿਸ਼ਟੀ ਕਰਕੇ ਵੇਖਿਆ ਤੇ ਮੋਹ ਦੀ ਬੇੜੀ ਨਾਸ਼ ਕਰ ਦਿੱਤੀ। ਜੋਗੀ ਦੇ ਹਿਰਦੇ ਵਿੱਚ ਸ਼ੁੱਧ ਗਿਆਨ ਜਾਗਿਆ। ਜਨਮ ਆਦਿ ਦੇ ਹੰਕਾਰ ਰੂਪੀ ਨਸ਼ੇ ਦਾ ਪੀਣਾ ਛੱਡ ਦਿੱਤਾ। ਗੁਰੂ ਜੀ ਦੇ ਬਚਨਾਂ ਦੇ ਪ੍ਰਤਾਪ ਨੂੰ ਜਾਣਿਆ, ਜਿਨ੍ਹਾਂ ਦੇ ਸੁਣਨ ਨਾਲ ਸਾਰਾ ਮੋਹ ਖਤਮ ਹੋ ਗਿਆ, ਸਨੇਮਰ ਹੋ ਗਿਆ ਅਤੇ ਗੁਰੂ ਜੀ ਦੇ ਚਰਨਾਂ ਤੇ ਸਿਰ ਧਰਿਆ ਤੇ ਗੁਰੂ ਜੀ ਦੇ ਅੱਗੇ ਗਿਆਨ ਸਹਿਤ ਬੇਨਤੀ ਕੀਤੀ। ਹੁਣ ਮੈਨੂੰ ਪੱਕਾ ਨਿਸ਼ਚਾ ਹੋ ਗਿਆ ਹੈ, ਜੋ ਜਾਣਨ ਯੋਗ ਸੀ ਉਹ ਮੈਂ ਜਾਣ ਲਿਆ ਹੈ। ਤੁਹਾਡੀ ਕਿਰਪਾ ਨਾਲ ਮੇਰੇ ਸਾਰੇ ਸ਼ੰਕੇ ਦੂਰ ਹੋ ਗਏ ਹਨ ਅਤੇ ਚੇਤਨ ਆਨੰਦ ਦੀ ਪੂੰਜੀ ਪ੍ਰਾਪਤ ਹੋ ਗਈ ਹੈ। ਹੁਣ ਮੈਂ ਆਪਣਾ ਸਰੀਰ ਛੱਡ ਜਾਵਾਂਗਾ। ਮੈਂ ਵਿਚਾਰਦਾ ਹਾਂ ਕਿ ਹੁਣ ਮੇਰਾ ਜਿਉਂਦੇ ਰਹਿਣ ਦਾ ਕੋਈ ਕੰਮ ਬਾਕੀ ਨਹੀਂ ਰਿਹਾ। ਜਿਹੜੇ ਵੀ ਕੰਮ ਸਨ ਸਭ ਕਰ ਲਏ ਹਨ। ਤੁਸੀਂ ਮੇਰੀ ਕਾਮਨਾ ਪੂਰੀ ਕਰ ਦਿੱਤੀ ਹੈ। ਇਹ ਸੁਣ ਕੇ ਗੁਰੂ ਜੀ ਨੇ ਉਸ ਦਾ ਬਹੁਤ ਸਨਮਾਨ ਕੀਤਾ ਅਤੇ ਕਿਹਾ, ਧੰਨ ਧੰਨ, ਤੁਸੀਂ ਵੱਡੇ ਬੁੱਧੀਮਾਨ ਹੋ। ਦਰਸ਼ਨ ਦੇਣ ਖਾਤਰ ਇੱਥੇ ਕੁਝ ਸਮਾਂ ਰਹੋ ਅਤੇ ਨਾਨਾ ਪ੍ਰਕਾਰ ਦੇ ਜਗਤ ਵਿੱਚ ਇੱਕ ਬ੍ਰਹਮ ਨੂੰ ਵੇਖੋ। ਲੋਕਾਂ ਉੱਤੇ ਤੁਹਾਡਾ ਵੱਡਾ ਉਪਕਾਰ ਹੈ। ਤੁਹਾਡੇ ਦਰਸ਼ਨ ਕਰਨ ਨਾਲ ਉਹਨਾਂ ਦੇ ਪਾਪ ਅਤੇ ਵਿਕਾਰ ਦੂਰ ਹੋ ਜਾਣਗੇ। ਸ੍ਰੇਸ਼ਟ ਮਾਰਗ ਵਿੱਚ ਪੈ ਕੇ ਉਹਨਾਂ ਦਾ ਕਲਿਆਣ ਹੋ ਜਾਏਗਾ। ਅਨੇਕ ਮਲੀਨ ਜੀਵ ਪਵਿੱਤਰ ਹੋ ਜਾਣਗੇ। ਸਤਿਗੁਰੂ ਜੀ ਪਾਸੋਂ ਐਸੇ ਮਿੱਠੇ, ਕੋਮਲ ਅਤੇ ਸੁਹਾਵਨੇ ਬਚਨ ਸੁਣ ਕੇ ਜੋਗੀ ਨੇ ਫਿਰ ਬਚਨ ਕੀਤੇ, ਮਨੁੱਖਾਂ ਦਾ ਉਧਾਰ ਕਰਨਾ ਤੁਹਾਡੇ ਹੱਥ ਹੈ। ਹੋਰ ਕਿਸੇ ਵਿੱਚ ਅਜਿਹੀ ਸਮਰੱਥਾ ਨਹੀਂ ਹੈ। ਮੈਨੂੰ ਆਗਿਆ ਦਿਓ ਕਿ ਮੈਂ ਪ੍ਰਭੂ ਵਿੱਚ ਸਮਾ ਜਾਵਾਂ। ਰਹਿਣ ਵਾਸਤੇ ਕੋਈ ਹੋਰ ਸੰਕਲਪ ਨਾ ਉਠਾਵਾਂ। ਹੁਣ ਕਿਰਪਾ ਇਸ ਢੰਗ ਦੀ ਕਰੋ ਜਿਸ ਕਾਰਨ ਆਪਣਾ ਸਰੀਰ ਛੱਡ ਜਾਵਾਂ। ਜੋਗੀ ਦਾ ਦ੍ਰਿੜ ਨਿਸ਼ਚਾ ਜਾਣ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਬੜੇ ਪ੍ਰਸੰਨ ਹੋ ਕੇ ਬੋਲੇ, ਜਿਵੇਂ ਤੁਹਾਡੀ ਅਭਿਲਾਸ਼ਾ ਹੈ ਉਸ ਤਰ੍ਹਾਂ ਹੀ ਕਰੋ। ਜਿਵੇਂ ਤੁਸੀਂ ਕਹਿੰਦੇ ਹੋ ਅਸੀਂ ਉਸ ਤਰ੍ਹਾਂ ਹੀ ਤੁਹਾਡੇ ਅਨੁਸਾਰ ਹਾਂ। ਫਿਰ ਬਾਬਾ ਬੁੱਢਾ ਜੀ ਨੂੰ ਗੁਰੂ ਜੀ ਨੇ ਕਿਹਾ, ਜਿਵੇਂ ਇਹ ਜੋਗੀ ਨੇ ਆਪਣੇ ਬਚਨ ਕਹੇ ਉਸ ਤਰ੍ਹਾਂ ਹੀ ਤੁਸੀਂ ਇਸ ਦੇ ਨਾਲ ਹੋ ਕੇ ਕਰੋ। ਉੱਤਮ ਪੁਰਸ਼ ਭਾਵ ਜੋਗੀ ਦੇ ਆਗਿਆ ਅਨੁਸਾਰ ਕਾਰਜ ਕਰੋ। ਗੁਰੂ ਜੀ ਦਾ ਹੁਕਮ ਪਾ ਕੇ ਬਾਬਾ ਬੁੱਢਾ ਜੀ ਉੱਠ ਕੇ ਖੜੇ ਹੋ ਗਏ। ਪਵਿੱਤਰ ਪੁਰਸ਼ ਜਾਣ ਕੇ ਲੋਕ ਜੋਗੀ ਵੱਲ ਵੇਖ ਰਹੇ ਸਨ। ਜਿੰਨੇ ਵੀ ਉੱਥੇ ਲੋਕ ਸਨ ਜੋਗੀ ਦੇ ਚਾਰੇ ਪਾਸੇ ਫਿਰ ਰਹੇ ਸਨ। ਜਾਂਦੇ ਹੋਏ ਉਹ ਲੋਕਾਂ ਦੇ ਸਮੂਹਾਂ ਨੂੰ ਮਿਲੇ। ਸਰੋਵਰ ਵਿੱਚੋਂ ਜੋਗੀ ਨਿਕਲਿਆ ਹੈ। ਸਾਰੇ ਇਹ ਸੁਣ ਕੇ ਭੱਜੇ ਆ ਰਹੇ ਸਨ। ਜੋਗੀ ਨੂੰ ਵੇਖ ਕੇ ਮਨ ਵਿੱਚ ਬਹੁਤ ਹੈਰਾਨ ਹੋ ਰਹੇ ਸਨ। ਜਿਸ ਦੀ ਬਹੁਤ ਵੱਡੀ ਉਮਰ ਹੈ, ਇਸ ਯੁੱਗ ਵਿੱਚ ਇਹ ਅਸਚਰਜ ਵੇਖਿਆ ਹੈ। ਇਹ ਪਿਛਲੇ ਯੁੱਗ ਦਾ ਸਰੀਰ ਹੈ। ਸਾਰੇ ਅੰਗਾਂ ਨੇ ਬਹੁਤ ਵੱਡੀ ਉਮਰ ਪਾਈ ਹੈ, ਬਹੁਤ ਬਿਰਧ ਹੈ, ਪਰ ਫਿਰ ਵੀ ਚਿਹਰਾ ਅੱਗ ਵਾਂਗ ਚਮਕਦਾ ਹੈ। ਸਫੇਦ ਚਿੱਟਾ ਦਾੜਾ ਅਤੇ ਕੇਸ ਬਹੁਤ ਸੁਹਾਵਣੇ ਲੱਗ ਰਹੇ ਹਨ। ਇਸ ਤਰ੍ਹਾਂ ਦੀਆਂ ਲੋਕ ਗੱਲਾਂ ਕਰ ਰਹੇ ਸਨ। ਬਾਹਰ ਨਿਕਲ ਕੇ ਸਭ ਦੇ ਵਿੱਚ ਖੜਾ ਹੋ ਗਿਆ। ਸਾਰਿਆਂ ਨੇ ਖਲੋਤੇ ਹੋਏ ਜੋਗੀ ਨੂੰ ਵੇਖਿਆ। ਇਸ ਤੋਂ ਸਿੱਧ ਹੁੰਦਾ ਹੈ ਕਿ ਪੁਰਾਣੇ ਯੁੱਗਾਂ ਦੇ ਲੋਕ ਕੇਸ ਦਾੜੇ ਸਮੇਤ ਹੁੰਦੇ ਸਨ। ਭਾਈ ਵੀਰ ਸਿੰਘ ਜੀ ਅਨੁਸਾਰ ਪ੍ਰਾਣ ਦਸਮ ਦੁਆਰ ਵਿੱਚ ਚੜ੍ਹਾ ਕੇ ਕਿਤੇ ਪਏ ਰਹਿਣਾ ਜਾਂ ਮੱਠ ਵਿੱਚ ਦੱਬੇ ਰਹਿਣਾ ਹੈਰਾਨੀ ਵਾਲੀ ਗੱਲ ਨਹੀਂ। ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਇੱਕ ਅਜਿਹਾ ਹੀ ਜੋਗੀ ਆਇਆ ਸੀ ਜਿਹੜਾ 40 ਦਿਨ ਜ਼ਮੀਨ ਵਿੱਚ ਦੱਬਿਆ ਰਿਹਾ ਸੀ। 40 ਦਿਨਾਂ ਬਾਅਦ ਜਦ ਬਾਹਰ ਕੱਢਿਆ ਤਾਂ ਮਾਲਸ਼ਾਂ ਕਰਨ ਨਾਲ ਹੋਸ਼ ਵਿੱਚ ਆ ਗਿਆ। ਕਹਿੰਦੇ ਸਨ ਇਹ ਸਥਾਨ ਬਹੁਤ ਪਵਿੱਤਰ ਹੈ। ਜਿਹੜੇ ਚਤੁਰ ਮਨੁੱਖ ਸਨ ਉਹ ਆ ਕੇ ਪੂਜਾ ਕਰਦੇ ਸਨ, ਸ਼ਰਧਾ ਧਾਰ ਕੇ ਬੰਦਨਾ ਕਰਦੇ ਸਨ, ਸਤਨਾਮ ਸਿਮਰ ਕੇ ਗੁਣ ਗਾਉਂਦੇ ਸਨ।
ਇਸ ਸਥਾਨ ਤੇ ਵੱਡਾ ਸਰੋਵਰ ਬਣਾਓ। ਇਸ਼ਨਾਨ ਕਰਕੇ ਵਿਕਰਾਲ ਪਾਪਾਂ ਨੂੰ ਤਿਆਗੋ, ਮਨ ਦੇ ਸਾਰੇ ਦੋਸ਼ ਦੂਰ ਕਰੋ ਅਤੇ ਮਨ ਨੂੰ ਸੰਤੋਖ ਪ੍ਰਾਪਤ ਹੋਵੇ। ਉਹ ਸਥਾਨ ਫਿਰ ਪੁਟਵਾਇਆ ਗਿਆ। ਜੋਗੀ ਨੇ ਉਸ ਵਿੱਚ ਬੈਠ ਕੇ ਸਵਾਸ ਚੜ੍ਹਾ ਲਏ। ਸੁਰਤ ਜੋੜ ਕੇ 10ਵਾਂ ਦਵਾਰ ਪ੍ਰਾਪਤ ਕਰਕੇ ਫਿਰ ਮੱਥੇ ਵਿਚਲੀ ਗੁਪਤ ਜਿਹੀ ਰਾਹ ਨੂੰ ਫੋੜ ਕੇ ਆਪਣੀ ਰੂਹ ਨੂੰ ਕੱਢਿਆ। ਫਿਰ ਲੋਕਾਂ ਨੇ ਜੋਗੀ ਉੱਤੇ ਫੁੱਲਾਂ ਦੀ ਵਰਸ਼ਾ ਕੀਤੀ ਅਤੇ ਜੈ ਜੈ ਦੇ ਸ਼ਬਦ ਮੁਖ ਤੋਂ ਕਹੇ। ਸਰਬ ਪ੍ਰਕਾਰ ਬੰਦਨਾ ਕਰ ਰਹੇ ਸਨ। ਵੇਖ ਵੇਖ ਕੇ ਹੈਰਾਨ ਹੋ ਰਹੇ ਸਨ। ਫਿਰ ਸਾਰਿਆਂ ਨੇ ਜੋਗੀ ਦੇ ਉੱਤੇ ਮਿੱਟੀ ਪਾ ਦਿੱਤੀ ਅਤੇ ਜੋਗੀ ਉਸ ਵਿੱਚ ਅਲੋਪ ਹੋ ਗਿਆ। ਹੈਰਾਨ ਹੋ ਕੇ ਸਾਰੇ ਵਾਪਸ ਆ ਗਏ। ਇੱਕ ਦੂਸਰੇ ਨੂੰ ਮਿਲ ਕੇ ਕਹਿੰਦੇ ਅਤੇ ਸੁਣਦੇ ਸਨ। ਉਸ ਜੋਗੀ ਦੀ ਬਹੁਤ ਲੰਮੀ ਉਮਰ ਸੀ। ਫਿਰ ਉਸ ਦੇ ਮੁਖੜੇ ਤੇ ਅਲੌਕਿਕ ਜੋਤ ਚਮਕ ਰਹੀ ਸੀ। ਜਗਤ ਵਿੱਚ ਐਸਾ ਪੁਰਖ ਧਨ ਹੈ ਜਿਸ ਦੇ ਮਨ ਨੂੰ ਕੋਈ ਵੀ ਵਿਕਾਰ ਛੋਇਆ ਤੱਕ ਨਹੀਂ। ਸਾਧ ਸੰਗਤ ਜੀ, ਇਸ ਤਰ੍ਹਾਂ ਜੋਗੀ ਤਪੱਸਵੀ ਵਾਲੀ ਵਿਸ਼ਾਲ ਘਟਨਾ ਵਾਪਰੀ। ਵੇਖ ਸੁਣ ਕੇ ਸਭ ਇਸਤਰੀ ਮਰਦ ਉਸ ਸਮੇਂ ਬਹੁਤ ਹੈਰਾਨ ਹੋਏ। ਇਹ ਪਵਿੱਤਰ ਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਅੱਜ ਵੀ ਸੁਸ਼ੋਭਿਤ ਹੈ। ਇੱਥੇ ਗੁਰਦੁਆਰਾ ਸ਼੍ਰੀ ਸੰਤੋਖਸਰ ਸਾਹਿਬ ਬਣਿਆ ਹੋਇਆ ਹੈ। ਲੱਖਾਂ ਹੀ ਸੰਗਤਾਂ ਸ਼੍ਰੀ ਅੰਮ੍ਰਿਤਸਰ ਜਾਣ ਲੱਗੇ ਇੱਥੇ ਨਤਮਸਤਕ ਹੁੰਦੀਆਂ ਹਨ ਅਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਜਾਣ ਦੀ ਯਾਤਰਾ ਤਾਂ ਹੀ ਸਫਲ ਹੁੰਦੀ ਹੈ ਜੇ ਅਸੀਂ ਅੰਮ੍ਰਿਤਸਰ ਜਾ ਕੇ 5 ਸਰੋਵਰਾਂ ਤੇ ਇਸ਼ਨਾਨ ਕਰੀਏ, ਜਿਨ੍ਹਾਂ ਵਿੱਚੋਂ ਇੱਕ ਸਰੋਵਰ ਸ਼੍ਰੀ ਸੰਤੋਖਸਰ ਸਾਹਿਬ ਦਾ ਵੀ ਗੁਰੂ ਜੀ ਨੇ ਮੰਨਿਆ ਹੈ। ਇਹਨਾਂ ਤੋਂ ਇਲਾਵਾ ਹੋਰ ਦੂਸਰੇ ਸਰੋਵਰ ਹਨ, ਰਾਮਸਰ, ਕੌਲਸਰ, ਵਿਵੇਕਸਰ ਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤ ਸਰੋਵਰ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।